ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। मैं हाँ प्रवीण शर्मा। तुसी देख रहे हो आईवल टीवी की खास पेशकश असली मुद्दे। जनता के बेशक मुद्दे बहुत ने, पर की पॉलिटिक्स उन्होंने एड्रैस कर रही है। इन्हां मुद्दों के विचों ही एक मुद्दा बेअदबी दा है। पंजाब की सियासत उहदे आले दुआले, उस धुरी के आले दुआले घूमती है, पर अज वड्डी खबर आ रही है कि डेरा सिरसा मुखी गुरमीत राम रहीम नूं 21 दिनां दी फरलो दित्ती जा रही है। बहुत वड्डी खबर है पंजाब की सियासत के लिहाज के नाल। एक पासे चोणां ने, दूजे पासे सानू ये भी जानना पैना कि इस तो पहला कदों कदों की कुछ होया है कि डेरा मुखी की पैरोल जिहड़ी है वो रिजैक्ट हुई है। साडे नाल इन्हां खास मसले ते गलबात करने लई अंशुल छत्रपति जी मौजूद ने। अंशुल छत्रपति जी किसी जान पछाण के मुहताज नहीं है। अपने स्वर्गीय पिता जी की लड़ाई उन्होंने लंबा वक्फा लड़ी ते अखीर शहीद पत्रकार रामचंद्र छत्रपति मामले के विच डेरा सिरसा मुखी नूं उम्र कैद उन्हां दी जदोजहद तो बाद हुई है। अंशुल छत्रपति साडे नाल जुड़ चुके हैं। पंजाब की सियासत के लिहाज के नाल गलबात करते रहांगे, पर जिहड़ी इस खबर नूं, जिस खबर नूं मीडिया बहुत वड्डी खबर दस रहा है और है भी बहुत वड्डी खबर, इस खबर नूं किवें देखदे ने। सब तो पहलां उन्हां दा स्वागत करदे हां। अंशुल जी, सब तो पहलां सत श्री अकाल, स्वागत है तुहाडा आईवल टीवी ते। जी बहुत धन्यवाद जी। अंशुल जी, इस तो पहला डेरा सिरसा मुखी नूं बहुत वार तां नहीं मैं कह सकदा, पर 3-4 वार मैनूं चंगी तरह याद है बाहर लिआउण दे यतन कीते गए पैरोल दे जरिए, पर हुण आ जिहड़ी 21 दिनां वाली फरलो वाली खबर है, इहनूं तुसीं किवें देखदे हो? पहला तां ये मेरे हिसाब नाल बिल्कुल एक सियासी फैसला है। ये एक जिहड़ी वोट बैंक दी गंदी सियासत है जी, ये उसे दा नतीजा है। तुसीं इहदी टाइमिंग देख रहे हो जी जी बिल्कुल मतलब देख रहे हैं। 5 स्टेटां दे विच इलैक्शन है और खासकर पंजाब ते यूपी जी, पंजाब और यूपी दे विच इलैक्शन और यूपी दे विच भी कुछ इलाकिਆਂ ਦੇ ਵਿੱਚ ਜਿੱਥੇ डेरे सच्चे सौदे ਦਾ कुछ प्रभाव हैगा जी और जी खासकर पंजाब दे विच हाँ जी, ਤਾਂ ਇਹ ਟਾਈਮਿੰਗ ਬਿਲਕੁਲ ਉਸੇ ਨੂੰ ਲੈ ਕੇ ਇੱਕ ਇਹ ਜਿਹੜਾ ਫਰਲੋ ਦਾ ਇੱਕ ਗਿਫਟ ਜਿਹੜਾ ਦਿੱਤਾ ਗਿਆ ਹੈ जी ਤਾਂ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਦੀ ਹਰਿਆਣੇ ਦੀ ਜਿਹੜੀ ਸੂਬੇ ਦੀ ਸਰਕਾਰ ਹੈ ਔਰ ਜਿਹੜੀ ਸਾਡੀ ਸੈਂਟਰ ਗਵਰਨਮੈਂਟ ਹੈ ਬੀਜੇਪੀ ਦੀ हाँ जी, ਇਹ हाँ जी, ਕਿਤੇ ਨਾ ਕਿਤੇ ਵੋਟਾਂ ਦੇ ਲਾਲਚ ਨੂੰ ਲੈ ਕੇ ਇੱਕ ਗੰਦੀ ਸਿਆਸਤ ਕਰਨੀ ਸ਼ੁਰੂ ਕੀਤੀ ਹੈ ਇਹਨਾਂ ਨੇ ਔਰ ਇੱਕ ਬੇਸ਼ਰਮੀ ਭਰਾ ਫੈਸਲਾ ਹੈ। ठीक है ਇੱਕ ਐਸਾ ਆਦਮੀ ਜਿਹਨੇ ਮਤਲਬ ਤਿੰਨਾਂ ਸਟੇਟਾਂ ਨੂੰ ਅੱਗ ਦੇ ਹਵਾਲੇ ਕੀਤਾ ਔਰ ਉੱਥੇ ਹਿੰਸਾ ਦਾ ਨੰਗਾ ਨਾਚ ਹੋਇਆ। जी जी ਇਸ जी ਤਰੀਕੇ ਨਾਲ ਅਸੀਂ ਵੇਖਿਆ ਸਾਰਿਆਂ ਨੇ हाँ ਜਦੋਂ जी, 2017 ਦੇ ਵਿੱਚ ਉਹਦੇ ਖਿਲਾਫ ਫੈਸਲਾ ਆਉਂਦਾ ਹੈ ਔਰ ਉਹਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਂਦਾ ਹੈ जी ਤਾਂ जी ਉਸ ਸਮੇਂ ਕਿੰਨੀਆਂ ਜਾਨਾਂ ਗਈਆਂ, ਕਿੰਨੀ ਸਾੜ ਫੂਕ ਹੋਈ, ਪਬਲਿਕ ਪ੍ਰਾਪਰਟੀ ਦਾ ਮੈਨੂੰ ਲੱਗਦਾ ਅਰਬਾਂ ਰੁਪਏ ਦਾ ਨੁਕਸਾਨ ਹੋਇਆ। जी ਤਾਂ ਇਹ ਸਾਰਾ ਕਿਤੇ ਸਾਨੂੰ ਭੁੱਲਿਆ ਨਹੀਂ ਹੈ ਔਰ ਸਰਕਾਰ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਔਰ ਦੁਬਾਰਾ ਉਸ ਖੂਨੀ ਖੇਡ ਨੂੰ जी ਦੁਬਾਰਾ ਉਹਦਾ ਜਿਹੜਾ ਹੈ ਉਹਦੀ ਪੁਨਰਾਵ੍ਰਿਤੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ, ਮੈਨੂੰ ਇਹ ਲੱਗਦਾ ਹੈ। ਔਰ ਸਰਕਾਰ ਜੇ ਫਿਰ ਤੋਂ ਇੱਕ हाँ जी, ਵੱਡਾ ਰਿਸਕ ਲੈ ਕੇ ਇਹਨੂੰ ਇੱਕ ठीक है ਫਰਲੋ ਵਾਲਾ ਗਿਫਟ ਦੇ ਰਹੀ ਹੈ जी ਤਾਂ ਇਹ ਵੋਟ ਬੈਂਕ ਦਾ ਲਾਲਚ ਹੈ, ਹੋਰ ਕੁਝ ਨਹੀਂ। ਤੇ ਕਿਉਂਕਿ ਪਹਿਲਾਂ ਵੀ ਇਹ ਪੈਰੋਲ ਦੇ ਵਾਸਤੇ ਵਾਰ-ਵਾਰ ਐਪਲੀਕੇਸ਼ਨਸ ਮੂਵ ਕੀਤੀਆਂ ਗਈਆਂ हाँ जी, हाँ ਲੇਕਿਨ जी, ਉਹਦੇ ਵਿੱਚ ਇੱਕ ਲੀਗਲੀ ਜਿਹੜਾ ਇੱਕ ਥਰੂ ਪ੍ਰੋਪਰ ਚੈਨਲ ਉਹਦੇ ਲਈ ਜਾਣਾ ਹੁੰਦਾ ਹੈ। हाँ जी, ਕਮਿਸ਼ਨਰ, ਡੀਸੀ, ਐਸਪੀ ਔਰ ਸਾਰਾ ਜਿੰਨਾ ਵੀ ਅਮਲਾ ਫੈਲਾ ਹੈ हाँ जी, ਉਹਦੀਆਂ ਰਿਪੋਰਟਸ ਹੁੰਦੀਆਂ ਹੈ। ਉਹਨਾਂ ਰਿਪੋਰਟਸ ਦੇ ਬਾਅਦ ਹੀ ਉਹਨੂੰ ਐਕਸੈਪਟ ਕੀਤਾ ਜਾਂਦਾ ਹੈ ਉਹਦੀ ਐਪਲੀਕੇਸ਼ਨ ਨੂੰ। जी जी ਲੇਕਿਨ ਜਿੰਨੀ ਵਾਰ ਵੀ ਡੇਰਾ ਹੈਡ ਨੇ ਪੈਰੋਲ ਦੇ ਲਈ ਐਪਲੀਕੇਸ਼ਨ ਲਾਈ हाँ जी, ਤਾਂ ਸਰਸਾ ਐਡਮਿਨਿਸਟ੍ਰੇਸ਼ਨ ਨੇ ਵਾਰ-ਵਾਰ ਇਹ ਲਿਖਿਆ हाँ ਕਿ जी, ਉਹਦੇ ਬਾਹਰ ਆਉਣ ਦੇ ਨਾਲ ਲਾ ਐਂਡ ਆਰਡਰ ਨੂੰ ਖਤਰਾ ਹੋ ਸਕਦਾ ਹੈ। ठीक ਤਾਂ है ਕਿ ਅੱਜ ਸਾਡਾ ਜਿਹੜਾ ਸੂਬੇ ਦੀ ਸਰਕਾਰ ਹੈ जी, ਉਹ ਉਹਨਾਂ ਰਿਪੋਰਟਸ ਨੂੰ ਕਿਉਂ ਨਜ਼ਰਅੰਦਾਜ਼ ਕਰ ਰਹੀ ਹੈ, ठीक ਕਿਉਂ है ਭੁੱਲ ਗਈ ਹੈ जी, ਕਿ ਸਾਡਾ ਐਡਮਿਨਿਸਟ੍ਰੇਸ਼ਨ ਵਾਰ-ਵਾਰ ਕੀ ਲਿਖਦਾ ਰਿਹਾ ਹੈ हाँ ਔਰ जी, ਪਿੱਛੇ ਜਿਹੜਾ ਸਮਾਂ ਬੀਤਿਆ ਹੈ ਉਹਦੇ ਵਿੱਚ ਸਾਰੀ ਜਨਤਾ ਨੇ, ਸੂਬੇ ਦੀ ਜਨਤਾ ਨੇ ਕੀ ਭੁਗਤਿਆ, ਕਿੰਨੇ ਦਿਨ ਕਰਫਿਊ ਲੱਗਿਆ ਰਿਹਾ। जी जी ਤਾਂ जी ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦਿਆਂ ਹੋਇਆਂ ਕਿਤੇ ਨਾ ਕਿਤੇ ਇਹ ਜਿਹੜਾ ਫੈਸਲਾ ਹੈ हाँ जी, ਅਸੀਂ ਇਹਦੀ ਨਿਖੇਧੀ ਕਰਦੇ ਹਾਂ जी ਔਰ ਅਸੀਂ ਬਿਲਕੁਲ ਇਹਦਾ ਵਿਰੋਧ ਕਰਾਂਗੇ। ਸਾਨੂੰ ਬੇਸ਼ੱਕ ਮਾਨਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਬੂਹਾ ਕਿਉਂ ਨਾ ਖੜਕਾਣਾ ਪਿਆ, ठीक है ਅਸੀਂ ਉਹਨਾਂ ਦਾ ਆਸਰਾ ਲਵਾਂਗੇ, ਸਾਡੀ ਨਿਆਂਪਾਲਿਕਾ ਦਾ, जी ਔਰ जी ਉਹਨਾਂ ਤੋਂ ਇਹ ਦਰਖਾਸਤ ਕਰਾਂਗੇ ਕਿ ਐਸਾ ਵਿਅਕਤੀ ਜਿਹੜਾ ਕਿ ਹਾਰਡਕੋਰ ਕ੍ਰਿਮੀਨਲ ਹੈ जी ਔਰ ਜਿਹਦੇ ਬਾਹਰ ਆਉਣ ਨਾਲ ਸੂਬੇ ਦਾ ਅਮਨ ਚੈਨ ਜਿਹੜਾ ਹੈ जी ਉਹਨੂੰ ਖਤਰਾ ਪੈਦਾ ਹੋ ਸਕਦਾ ਹੈ। ਔਰ ਕਿਉਂਕਿ ਡੇਰਾ ਹੈਡ ਜਿਹੜਾ ਹੈ ਉਹ 2 ਰੇਪ ਦੇ ਮਾਮਲਿਆਂ ਦੇ ਵਿੱਚ जी जी ਔਰ बिल्कुल 2 बिल्कुल ਕਤਲ ਦੇ ਮਾਮਲਿਆਂ ਦੇ ਵਿੱਚ ਸਜ਼ਾ ਕੱਟ ਰਿਹਾ ਹੈ जी ਔਰ ਹੋਰ ਕਈ ਸਾਰੇ ਮਾਮਲੇ ਜਿਹੜੇ ਨੇ ਉਹ ਹਜੇ ਕੋਰਟ ਦੇ ਵਿੱਚ ਵਿਚਾਰਾਧੀਨ ਨੇ ਉਹਦੇ ਖਿਲਾਫ। ठीक ਉਹਨਾਂ है ਮੁਕੱਦਮਿਆਂ ਦੇ ਉੱਤੇ ਵੀ ਉਹਦੇ ਬਾਹਰ ਆਉਣ ਨਾਲ ਅਸਰ ਪੈ ਸਕਦਾ ਹੈ जी ਔਰ जी ਜਿਹੜੇ ਮੁਕੱਦਮਿਆਂ ਦੇ ਪੀੜਤ ਨੇ
ਹਾਂਜੀ ਉਹਨਾਂ ਨੂੰ ਵੀ ਉਹਦੇ ਬਾਹਰ ਆਉਣ ਨਾਲ ਬਿਲਕੁਲ ਖਤਰਾ ਹੈਗਾ। ਇਸ ਕਰਕੇ ਸੂਬੇ ਦੀ ਸਰਕਾਰ ਦੁਬਾਰਾ ਇਹ ਖੂਨੀ ਖੇਲ ਜਿਹੜਾ ਹੈ ਉਹ ਨਾ ਖੇਡੇ। ਜੀ ਔਰ ਪੰਜਾਬ ਦੀ ਸਿਆਸਤ ਦਾ ਮੈਂ ਖਾਸ ਕਰ ਇੱਥੇ ਜ਼ਿਕਰ ਕਰਨਾ ਚਾਹਾਂਗਾ, ਹਾਂਜੀ ਕਿਉਂਕਿ ਅੰਸ਼ੂ ਜੀ, ਪੰਜਾਬ ਦੀ ਬਿਲਕੁਲ ਸਿਆਸਤ ਤੇ ਵੀ ਆਵਾਂਗੇ, ਪੰਜਾਬ ਦੀ ਸਿਆਸਤ ਤੇ ਵੀ ਮੈਂ ਤੁਹਾਨੂੰ ਸਵਾਲ ਜ਼ਰੂਰ ਕਰਾਂਗਾ। ਪਰ ਤੁਸੀਂ ਪਿਛਲੇ ਐਪੀਸੋਡਸ ਕੁਛ ਨਾ ਕੁਛ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹਣਾ ਹੈ। ਮਸਲਨ SIT ਦਾ ਰਾਮ ਰਹੀਮ ਤੱਕ ਜਾਣਾ, ਅਪਰੋਚ ਕਰਨਾ, ਜਾਂ ਜੋ ਬੇਅਦਬੀ ਮਸਲਿਆਂ ਦੀ ਜਾਂਚ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਆਉਣਾ, ਡੇਰਾ ਸਿਰਸਾ ਮੁਖੀ ਦਾ ਨਾਮ ਤੱਕ ਆਉਣਾ, ਡੇਰਾ ਪ੍ਰੇਮੀਆਂ ਦਾ ਜ਼ਿਕਰ ਆਉਣਾ, ਇਹਨਾਂ ਚੀਜ਼ਾਂ ਨੂੰ ਡਿਸਕਸ ਜ਼ਰੂਰ ਕਰਾਂਗੇ ਆਪਾਂ। ਪਰ ਤੁਹਾਨੂੰ ਕੀ ਲੱਗਦਾ, ਜਿਵੇਂ ਤੁਸੀਂ ਟਾਈਮਿੰਗ ਤੇ ਸਵਾਲ ਚੁੱਕਿਆ, ਤੁਹਾਨੂੰ ਕੀ ਲੱਗਦਾ ਕਿ ਕੀ ਇਹ ਚੀਜ਼ਾਂ ਭਾਜਪਾ ਨੂੰ ਇੱਥੇ ਫਾਇਦਾ ਕਰਨਗੀਆਂ ਪੰਜਾਬ ਦੇ ਵਿੱਚ? ਦੇਖੋ ਜੀ, ਫਾਇਦਾ ਕਰਨਗੀਆਂ ਜਾਂ ਨਹੀਂ ਕਰਨਗੀਆਂ, ਲੇਕਿਨ ਮੈਂ ਇਸ ਚੀਜ਼ ਦੀ ਬਿਲਕੁਲ ਨਿਖੇਧੀ ਕਰਨਾ ਕਿ ਇਹ ਜਿਹੜੀ ਵੋਟ ਬੈਂਕ ਦੀ ਗੰਦੀ ਸਿਆਸਤ ਹੈ ਇਹ ਬੰਦ ਹੋਣੀ ਚਾਹੀਦੀ ਹੈ। ਭਾਵੇਂ ਉਹ ਆਸਾ ਰਾਮ ਹੈ, ਭਾਵੇਂ ਰਾਮ ਰਹੀਮ ਹੈ, ਭਾਵੇਂ ਰਾਮਪਾਲ ਹੈ, ਉਹਦੇ ਚੇਲਿਆਂ ਨੂੰ ਖੁਸ਼ ਕਰਨ ਲਈ ਕਿਸ ਤਰੀਕੇ ਨਾਲ ਸਿਆਸਤਦਾਨ ਲਗਾਤਾਰ ਉਹਦੇ ਡੇਰਿਆਂ ਦੇ ਵਿੱਚ ਜਾ ਕੇ ਹਾਜ਼ਰੀਆਂ ਭਰਦੇ ਰਹੇ ਨੇ, ਪਿਛਲੇ ਸਮੇਂ ਵੀ ਅਸੀਂ ਵੇਖਿਆ। ਔਰ ਹੁਣ ਜਦੋਂ ਸਜ਼ਾ ਹੋ ਚੁੱਕੀ ਹੈ ਇਹਨਾਂ ਲੋਕਾਂ ਨੂੰ, ਤਾਂ ਹੁਣ ਇਹ ਸਿਆਸਤਦਾਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਕਿਉਂਕਿ ਆਸਾ ਰਾਮ ਹੈ ਜਾਂ ਰਾਮ ਰਹੀਮ ਹੈ, ਰੇਪਿਸਟ ਡਿਕਲੇਅਰ ਹੋ ਚੁੱਕੇ ਨੇ। ਰਾਮ ਰਹੀਮ ਤੇ 2 ਮਰਡਰ ਦੇ ਚਾਰजेस ਜਿਹੜੇ ਨੇ ਉਹ ਡਿਕਲੇਅਰ ਹੋ ਚੁੱਕੇ ਨੇ, ਕੋਰਟ ਨੇ ਉਹਨੂੰ ਕਾਤਲ ਦੋਸ਼ੀ ਕਰਾਰ ਦਿੱਤਾ ਹੈ। ਤਾਂ ਇਹ ਕੋਈ ਰੱਬ ਨਹੀਂ ਹੈ, ਕੋਈ ਗੁਰੂ ਨਹੀਂ ਹੈ। ਇਹਨਾਂ ਦੇ ਮਤਲਬ ਜਿਹੜੇ ਕਾਲੀਆਂ ਕਰਤੂਤਾਂ ਨੇ, ਕਾਲੇ ਕਾਰਨਾਮੇ ਨੇ, ਉਹ ਸਾਰੇ ਉਹ ਜਗ ਜ਼ਾਹਰ ਨੇ, ਉਹ ਜਨਤਾ ਦੇ ਸਾਹਮਣੇ ਆ ਚੁੱਕੇ ਨੇ। ਪਰ ਸਾਡੀ ਅਦਾਲਤ ਨੇ ਵੀ ਉਹਦੇ ਉੱਪਰ ਬਿਲਕੁਲ ਆਪਣੀ ਮੋਹਰ ਲਾ ਦਿੱਤੀ ਹੈ ਕਿ ਰਾਮ ਰਹੀਮ ਰੇਪਿਸਟ ਵੀ ਹੈ, ਮਰਡਰਰ ਵੀ ਹੈ। ਤਾਂ ਜੇ ਹਜੇ ਵੀ ਸਾਡੇ ਸਿਆਸਤਦਾਨ ਵੋਟ ਬੈਂਕ ਦੀ ਅੰਨੀ ਰਾਜਨੀਤੀ ਜਿਹੜੀ ਕਰਦੇ ਰਹਿਣਗੇ ਔਰ ਆਪਣੇ ਸਿਆਸੀ ਲਾਲਚ ਲਈ ਅਜਿਹੇ ਰੇਪਿਸਟ ਔਰ ਕਾਤਲਾਂ ਦੇ ਡੇਰਿਆਂ ਦੇ ਵਿੱਚ ਮੱਥੇ ਰਗੜਦੇ ਰਹਿਣਗੇ, ਤਾਂ ਕਿਤੇ ਨਾ ਕਿਤੇ ਇਦੋਂ ਵੱਡਾ ਬੇਸ਼ਰਮੀ ਵਾਲਾ ਫੈਸਲਾ ਹੋਰ ਕੁਝ ਨਹੀਂ ਹੋ ਸਕਦਾ। ਤਾਂ ਸਾਡੀ ਜਨਤਾ ਨੂੰ ਇਹਦੇ ਤੋਂ ਜਾਗਰੂਕ ਹੋਣਾ ਚਾਹੀਦਾ ਹੈ, ਚੇਤਨਾ ਆਉਣੀ ਚਾਹੀਦੀ ਹੈ ਲੋਕਾਂ ਦੇ ਵਿੱਚ। ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇਹੀ ਬੇਨਤੀ ਕਰਾਂਗਾ ਕਿ ਜਿਹੜੇ ਲੋਕ ਜਿਹੜੇ ਸਿਆਸੀ ਲੋਕ ਨੇ ਜੋ ਹਜੇ ਵੀ ਰਾਮ ਰਹੀਮ ਦੇ ਡੇਰੇ ਦੇ ਵਿੱਚ ਮੱਥੇ ਰਗੜ ਰਹੇ ਨੇ, ਅਜਿਹੇ ਲੋਕਾਂ ਨੂੰ ਇੱਕ ਕਰਾਰੀ ਸੱਟ ਮਾਰੀ ਜਾਵੇ, ਸ਼ੀਸ਼ਾ ਵਿਖਾਇਆ ਜਾਵੇ, ਤਾਂ ਕਿ ਆਉਣ ਵਾਲੇ ਸਮੇਂ ਸਾਡੇ ਜਿਹੜਾ ਸਿਆਸੀ ਸਿਸਟਮ ਹੈ ਉਹਦੇ ਵਿੱਚ ਤਬਦੀਲੀ ਆ ਸਕੇ। ਅਜਿਹੇ ਲੋਕ ਜਿਹੜੇ ਇਸ ਤਰ੍ਹਾਂ ਦੇ ਲੋਕਾਂ ਦੇ ਡੇਰਿਆਂ ਦੇ ਭਾਵੇਂ ਰੇਪਿਸਟ ਨੇ, ਮਰਡਰਰ ਨੇ, ਇਹਨਾਂ ਦੇ ਡੇਰਿਆਂ ਦੇ ਵਿੱਚ ਹਜੇ ਵੀ ਮੱਥੇ ਰਗੜਦੇ ਨੇ, ਇਹਨਾਂ ਦੇ ਉੱਤੇ ਕਿਤੇ ਨਾ ਕਿਤੇ ਪਾਬੰਦੀ ਲੱਗ ਸਕੇ। ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਅੰਸ਼ੁਲ ਜੀ ਖਬਰਾਂ ਟੈਲੀਵਿਜ਼ਨ ਦੇ ਜ਼ਰੀਏ, ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਤੱਕ ਵੀ ਪਹੁੰਚਦੀਆਂ ਹੋਣਗੀਆਂ। ਫਰਲੋ ਨੂੰ ਵੀ ਪੰਜਾਬ ਦੇ ਚੋਣਾਂ ਦੇ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਹੈ। ਮੈਂ ਪੁੱਛਣਾ ਚਾਹਣਾ ਕਿ ਤੁਹਾਨੂੰ ਜਦੋਂ ਇਹ ਖਬਰਾਂ ਆਉਂਦੀਆਂ ਕਿ ਇੱਥੋਂ ਦੇ ਜਿਹੜੇ ਨੇਤਾ ਨੇ, ਲੀਡਰ ਨੇ, ਉਹ ਤਾਂ ਰੱਬ ਦੀ ਕਚਹਿਰੀ ਤੱਕ ਕੰਪੈਰੀਜ਼ਨ ਕਰਦੇ ਨੇ ਜਾਂ ਰੱਬ ਦੀ ਕਚਹਿਰੀ ਤੱਕ ਰਿਲੇਟ ਕਰਦੇ ਨੇ ਇਹਨਾਂ ਚੀਜ਼ਾਂ ਨੂੰ, ਕਿਵੇਂ ਦੇਖਦੇ ਜਦੋਂ ਪੰਜਾਬ ਦੇ ਸਿਆਸਤਦਾਨ ਉੱਥੇ ਜਾ ਕੇ ਨੱਕ ਰਗੜਦੇ ਨੇ, ਸਿਰ ਝੁਕਾਉਂਦੇ ਨੇ? ਦੇਖੋ ਜੀ, ਮੈਂ ਲਗਾਤਾਰ ਇਸ ਗੱਲ ਤੇ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਕਿ ਜਿੰਨੇ ਵੀ ਮਾਮਲੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਅਦਾਲਤਾਂ ਦੇ ਵਿੱਚ ਵਿਚਾਰਾਧੀਨ ਸਨ, ਜਾਂ ਉਹਦੇ ਖਿਲਾਫ CBI ਆਪਣੀ ਇਨਵੈਸਟੀਗੇਸ਼ਨ ਜਦੋਂ ਕਰਦੀ ਰਹੀ ਪਿਛਲੇ ਕਈ ਸਾਲਾਂ ਤੱਕ ਲਗਾਤਾਰ, ਤਾਂ ਇਹਨਾਂ ਮਾਮਲਿਆਂ ਦੇ ਇਹਨਾਂ ਇਨਵੈਸਟੀਗੇਸ਼ਨਸ ਦੇ ਦੌਰਾਨ ਜਾਂ ਸਾਡੇ ਇਹਨਾਂ ਮਾਮਲਿਆਂ ਦੇ ਟ੍ਰਾਇਲ ਦੇ ਦੌਰਾਨ ਜਿੰਨੇ ਵੀ ਸਿਆਸੀ ਲੀਡਰ ਸਨ ਪੰਜਾਬ ਦੇ, ਉਹ ਡੇਰੇ ਸੱਚੇ ਸੌਦੇ ਆ ਕੇ ਆਪਣਾ ਮੱਥਾ ਰਗੜਦੇ ਰਹੇ, ਆਪਣੇ ਗੋਡੇ ਟੇਕਦੇ ਰਹੇ। ਤਾਂ ਅਸੀਂ ਲਗਾਤਾਰ ਉਹਨਾਂ ਦੀ ਨਿਖੇਧੀ ਕਰਦੇ ਰਹੇ ਕਿ ਉਹ ਕਿਤੇ ਨਾ ਕਿਤੇ ਇਹਨਾਂ ਮਾਮਲਿਆਂ ਨੂੰ ਪ੍ਰਭਾਵਿਤ ਕਰਨ ਦਾ ਵੀ ਯਤਨ ਕਰ ਰਹੇ ਸਨ, ਕਿਉਂਕਿ ਸੂਬੇ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਉਹਨਾਂ ਨੇਤਾਵਾਂ ਦਾ ਦਖਲ ਰਿਹਾ। ਤਾਂ ਉਹਨਾਂ ਨੇ ਇਹਨਾਂ ਮਾਮਲਿਆਂ ਨੂੰ CBI ਰਾਹੀਂ ਜਾਂ ਅਦਾਲਤਾਂ ਰਾਹੀਂ ਪ੍ਰਭਾਵਿਤ ਕਰਨ ਦੇ ਯਤਨ ਕੀਤੇ, ਔਰ ਅਸੀਂ ਲਗਾਤਾਰ ਉਸ ਚੀਜ਼ ਦੀ ਨਿਖੇਧੀ ਵੀ ਕਰਦੇ ਰਹੇ ਔਰ ਉਹਦਾ ਵਿਰੋਧ ਵੀ ਜਤਾਉਂਦੇ ਰਹੇ। ਔਰ ਹੁਣ ਜਦੋਂ ਇਹ ਮਾਮਲੇ ਜਿਹੜੇ ਨੇ ਉਹ ਕਿਤੇ ਨਾ ਆਪਣੇ ਫੈਗ ਐਂਡ ਤੇ ਪਹੁੰਚੇ ਔਰ ਉਹਨਾਂ ਦੇ ਵਿੱਚ ਸਜ਼ਾ ਜਿਹੜੀ ਹੈ ਉਹ ਡਿਕਲੇਅਰ ਹੋਈ, ਤਾਂ ਅੱਜ ਜਿਹੜਾ ਸਮਾਂ ਹੈ, ਮੈਂ ਇਹ ਕਹਾਂਗਾ ਕਿ ਅਦਾਲਤਾਂ ਦੇ ਫੈਸਲੇ ਜਦੋਂ ਆਏ ਰਾਮ ਰਹੀਮ ਦੇ ਖਿਲਾਫ, ਤਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਨੇ ਅਦਾਲਤ ਦੇ ਉਸ ਫੈਸਲੇ ਦੀ ਸ਼ਲਾਘਾ ਨਹੀਂ ਕੀਤੀ ਔਰ ਇਹ ਨਹੀਂ ਆਖਿਆ ਕਿ ਇਹ ਇੱਕ ਚੰਗਾ ਕਦਮ। ਬਿਲਕੁਲ ਇਦੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਤੁਸੀਂ ਵੇਖਿਆ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਬੇਅਦਬੀਆਂ ਦਾ ਦੌਰ ਚੱਲ ਰਿਹਾ ਸੀ,
ਹਾਂਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਜੀ ਉਹਨਾਂ ਬੇਅਦਬੀਆਂ ਨੂੰ ਲੈ ਕੇ ਸਿਆਸਤਾਂ ਹੋਈਆਂ, ਭਾਵੇਂ ਉਹ ਬਾਦਲ ਕੇ ਸਨ, ਭਾਵੇਂ ਉਹ ਕੈਪਟਨ ਸਾਹਿਬ ਸਨ, ਜਾਂ ਜੀ ਹੁਣ ਸਿੱਧੂ ਸਾਹਿਬ ਨੇ ਜੀ ਲਗਾਤਾਰ ਛਾਤੀ ਠੋਕ ਕੇ ਕਹਿੰਦੇ ਰਹੇ ਕਿ ਅਸੀਂ ਬੇਅਦਬੀਆਂ ਦੇ ਜਿਹੜੇ ਦੋਸ਼ੀ ਨੇ ਹਾਂਜੀ ਉਹਨਾਂ ਨੂੰ ਸਜ਼ਾ ਦਿਵਾਵਾਂਗੇ। ਹਾਂਜੀ ਤਾਂ ਮੇਰਾ ਇਹ ਸਵਾਲ ਹੈ ਜੀ ਕਿ ਅੱਜ ਜਦੋਂ ਸਜ਼ਾ ਦਿਵਾਉਣ ਦਾ ਸਮਾਂ ਆਇਆ ਹੈ, ਜੀ ਤਾਂ ਇਹ ਤਲਵੰਡੀ ਸਾਬੋ ਵਾਲਾ ਇਕੱਠ ਹੋਵੇ ਜਾਂ ਸਰਸੇ ਵਾਲਾ ਇਕੱਠ ਹੋਵੇ, ਹਾਂਜੀ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਫਿਰ ਡੇਰੇ ਸੱਚੇ ਸੌਦੇ ਦੇ ਰਾਮ ਰਹੀਮ ਦੇ ਇਹਨਾਂ ਡੇਰਿਆਂ ਦੇ ਵਿੱਚ ਫਿਰ ਨੱਕ ਰਗੜਦੇ ਹੋਏ ਦਿਖਦੇ ਰਹੇ। ਜੀ ਜੀ ਤਾਂ ਕਿਤੇ ਨਾ ਕਿਤੇ ਇਹ ਜਿਹੜੇ ਲੋਕ ਛਾਤੀ ਠੋਕ ਕੇ ਕਹਿ ਰਹੇ ਸਨ ਕਿ ਅਸੀਂ ਦੋਸ਼ੀਆਂ ਨੂੰ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ, ਇਹ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਹੈ। ਉਹਨਾਂ ਦੀ ਨੀਅਤ ਜਿਹੜੀ ਹੈ ਉਹ ਸਾਫ਼ ਨਹੀਂ ਹੈਗੀ। ਤਾਂ ਮੇਰਾ ਪੰਜਾਬ ਦੀ ਜਨਤਾ ਨੂੰ ਮੈਂ ਇਹ ਬੇਨਤੀ ਕਰਦਾ, ਪੰਜਾਬ ਦੇ ਆਵਾਮ ਨੂੰ, ਕਿ ਤੁਹਾਡੇ ਕੋਲੇ ਇੱਕ ਸਮਾਂ ਹੈ। ਇਹ ਜਿੰਨੀਆਂ ਵੀ ਸਿਆਸੀ ਪਾਰਟੀਆਂ ਦੇ ਲੀਡਰ ਨੇ, ਇਹਨਾਂ ਨੇ ਕੁਝ ਨਹੀਂ ਕਰਨਾ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾਉਣੀ। ਇਹ ਸਾਰਾ ਕੰਮ ਤੁਸੀਂ ਆਪਣੇ ਆਪ ਕਰ ਸਕਦੇ ਹੋ। ਤਾਂ ਪੰਜਾਬ ਦੀ ਸਿੱਖੀ ਔਰ ਪੰਜਾਬ ਦੇ ਆਵਾਮ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਹਾਡੇ ਕੋਲੇ ਇੱਕ ਮੌਕਾ ਹੈ, ਭਾਵੇਂ ਉਹ ਵੋਟਾਂ ਦੇ ਰਾਹੀਂ ਹੈ, ਇਲੈਕਸ਼ਨ ਦੇ ਰਾਹੀਂ ਹੈ, ਤਾਂ ਤੁਸੀਂ ਅਜਿਹੇ ਜਿਹੜੇ ਲੋਕ ਨੇ, ਅਜਿਹੀਆਂ ਜਿਹੜੀਆਂ ਪਾਰਟੀਆਂ ਨੇ, ਭਾਵੇਂ ਉਹ ਬੀਜੇਪੀ ਹੈ, ਉਹਨੇ ਪੈਰੋਲ ਦੇ ਕੇ ਕਿਤੇ ਨਾ ਕਿਤੇ ਰਾਮ ਰਹੀਮ ਦੇ ਵੋਟਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਪਰ ਪੰਜਾਬ ਦੇ ਵਿੱਚ ਕਿਤੇ ਜਿਹੜੀ ਬੇਅਦਬੀ ਨੂੰ ਲੈ ਕੇ ਇੱਕ ਰੋਸ ਹੈ, ਉਹ ਰੋਸ ਜਿਹੜਾ ਹੈ ਉਹਨੂੰ ਜ਼ਾਹਰ ਕਰਨ ਦਾ ਇੱਕ ਮੌਕਾ ਹੈ। ਅਜਿਹੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੇ ਉੱਪਰ ਸੱਟ ਮਾਰਨ ਦਾ ਮੌਕਾ ਹੈ, ਉਹਨਾਂ ਦੇ ਮੂੰਹ ਦੇ ਉੱਪਰ ਚਪੇੜ ਮਾਰਨ ਦਾ ਮੌਕਾ ਹੈ ਵੋਟ ਦੇ ਰਾਹੀਂ, ਤਾਂ ਜੋ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਔਰ ਅਜਿਹੇ ਜਿਹੜੇ ਬੇਅਦਬੀ ਕਰਨ ਵਾਲੇ ਲੋਕ ਨੇ, ਚਾਹੇ ਉਹ ਰਾਮ ਰਹੀਮ ਹੈ, ਇਹਨਾਂ ਦੇ ਉੱਪਰ ਵੀ ਸੱਟ ਮਾਰੀ ਜਾ ਸਕੇ। ਇਹ ਤੁਹਾਡੇ ਕੋਲ ਇੱਕ ਮੌਕਾ ਹੈ, ਮੈਂ ਬੇਨਤੀ ਕਰਦਾ। ਜੀ ਅੰਸ਼ੂ ਜੀ, ਪਹਿਲਾਂ ਇੱਕ ਦੋ ਦਫਾ ਵਾਰ ਜਾਂ 3-4 ਵਾਰ ਜਦੋਂ ਵੀ ਪੈਰੋਲ ਦਾ ਜ਼ਿਕਰ ਆਉਂਦਾ ਹੈ ਜਾਂ ਜਦੋਂ ਵੀ ਇਹ ਗੱਲਾਂ ਆਉਂਦੀਆਂ ਨੇ, ਤਾਂ ਤੁਸੀਂ ਖੁੱਲ੍ਹ ਕੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਹੋ। ਤੁਸੀਂ ਕਹਿੰਦੇ ਹੋ ਕਿ ਜੇ ਸਾਨੂੰ ਕੋਰਟ ਕਚਹਿਰੀ ਅਦਾਲਤਾਂ ਦਾ ਬੂਹਾ ਖੜਕਾਉਣਾ ਪਿਆ ਤਾਂ ਅਸੀਂ ਖੜਕਾਵਾਂਗੇ। ਇਹਦੇ ਨਾਲ ਹੀ ਤੁਸੀਂ ਇਹਨਾਂ ਚੀਜ਼ਾਂ ਨੂੰ ਇੱਕ ਇੰਟਰਨਲ ਅੰਦਰਲੀ ਪੋਲਿਟਿਕਸ, ਜਿਹਨੂੰ ਅਸੀਂ ਪਰਦੇ ਪਿਛਲੀ ਸਿਆਸਤ ਕਹਿੰਦੇ ਹਾਂ, ਉਹਦੇ ਨਾਲ ਲਿੰਕ ਕਰਦੇ ਹੋ। ਤਾਂ ਕੀ ਇਸ ਵਾਰ ਵੀ ਕੋਈ ਕਾਨੂੰਨੀ ਚਾਰਾਜੋਈ ਜਾਂ ਤੁਸੀਂ ਕੋਈ ਆਪਦਾ ਕਾਨੂੰਨ ਵਿਰੋਧ ਕਰੋਗੇ, ਜਾਂ ਕੀ ਤੁਹਾਨੂੰ ਲੱਗਦਾ ਕਿ ਫਰਲੋ ਜਾਂ ਪੈਰੋਲ ਦੇ ਵਿੱਚ ਜਦੋਂ ਕਾਨੂੰਨੀ ਅਪਰੋਚਸ ਜਿਹੜੀਆਂ ਨੇ ਉਹ ਡਿਫਰੈਂਟ ਹੋ ਜਾਂਦੀਆਂ ਨੇ? ਮਾੜਾ ਜਿਹਾ ਵੀ ਜ਼ਰੂਰ ਦੱਸਿਓ ਸਾਨੂੰ। ਬਿਲਕੁਲ, ਫਰਲੋ ਔਰ ਕਾਨੂੰਨ ਪੈਰੋਲ ਦੇ ਵਿੱਚ ਕਾਨੂੰਨੀ ਜਿਹੜਾ ਫਰਕ ਹੈ ਜੀ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਇਸ ਗੱਲ ਦਾ ਕਿ ਪੈਰੋਲ ਜਿਹੜੀ ਹੈ ਉਹਦੇ ਐਪਲੀਕੇਸ਼ਨ ਲੱਗਦੇ ਹੀ ਇੱਕ ਪ੍ਰੋਪਰ ਚੈਨਲ ਇਹਨਾਂ ਨੂੰ ਜੇਲ੍ਹ ਅਥਾਰਟੀਜ਼ ਨੂੰ ਅਪਣਾਉਣਾ ਪੈਂਦਾ, ਔਰ ਉਹਦੇ ਲਈ ਉਹ ਐਪਲੀਕੇਸ਼ਨ ਸਾਰੇ ਅਮਲੇ ਫੈਲੇ ਦੇ ਵਿੱਚੋਂ ਲੰਘਦੀ ਹੈ, ਜਿਹਦੇ ਉੱਪਰ ਰਿਪੋਰਟਸ ਮੰਗੀਆਂ ਜਾਂਦੀਆਂ ਨੇ ਕਿ ਇਸ ਕੈਦੀ ਦੇ ਬਾਹਰ ਆਉਣ ਨਾਲ ਕਿਤੇ ਕੋਈ ਖਤਰਾ ਤੇ ਨਹੀਂ ਲਾ ਐਂਡ ਆਰਡਰ ਦਾ, ਔਰ ਉਹ ਰਿਪੋਰਟਸ ਮੰਗਣ ਤੋਂ ਬਾਅਦ ਕਿਤੇ ਨਾ ਕਿਤੇ ਉਹ ਇਹਦੀਆਂ ਪੈਰੋਲ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਰਿਜੈਕਟ ਹੁੰਦੀਆਂ ਰਹੀਆਂ। ਐਤਕਾਂ ਜਿਹੜੀ ਐਪਲੀਕੇਸ਼ਨ ਉਹ ਫਰਲੋ ਦੇ ਲਈ ਲਾਈ ਗਈ, ਔਰ ਫਰਲੋ ਦਾ ਕੀ ਹੈ ਕਿ ਉਹਦੇ ਵਾਸਤੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਸਾਡਾ ਐਡਮਿਨਿਸਟ੍ਰੇਸ਼ਨ ਹੈ ਜਿਹੜਾ, ਉਹਦੇ ਤੋਂ ਰਿਪੋਰਟ ਮੰਗਣ ਦੀ ਜ਼ਰੂਰਤ ਨਹੀਂ। ਕਿਤੇ ਇੱਕ ਜਿਹੜਾ ਲੀਗਲੀ ਪਹਿਲੂ ਹੈ, ਜੇਲ੍ਹ ਅਥਾਰਟੀ ਜਿਹੜੀ ਹੈ ਉਹ ਖੁਦ ਡਿਸਾਈਡ ਕਰ ਸਕਦੀ ਹੈ ਕਿ ਕਿਸੇ ਕੈਦੀ ਨੂੰ ਫਰਲੋ ਦੇਣੀ ਹੋਵੇ ਤਾਂ ਉਹ ਆਪਣੇ ਆਪ ਉਹ ਤੈਅ ਕਰ ਸਕਦੇ ਨੇ, ਔਰ ਉਹਨਾਂ ਨੇ ਉਹੀ ਕੀਤਾ। ਜੇਲ੍ਹ ਅਥਾਰਟੀਜ਼ ਨੇ ਗੁਪਚੁਪ ਤਰੀਕੇ ਨਾਲ ਫਰਲੋ ਦੀ ਐਪਲੀਕੇਸ਼ਨ ਐਕਸੈਪਟ ਕਰਕੇ। ਤੁਹਾਨੂੰ ਕਿਵੇਂ ਪਤਾ ਲੱਗਿਆ? ਤੁਹਾਨੂੰ ਖਬਰਾਂ ਦੇ ਜ਼ਰੀਏ ਪਤਾ ਲੱਗਿਆ ਇਹ ਚੀਜ਼ਾਂ ਦਾ? ਨਹੀਂ, ਇਹ 2-3 ਦਿਨਾਂ ਤੋਂ ਕਿਤੇ ਨਾ ਕਿਤੇ ਅੰਦਰ ਖਾਤੇ ਸੁਗਬਗਾਹਟ ਜ਼ਰੂਰ ਸੀ ਕਿ ਇੱਕ ਐਪਲੀਕੇਸ਼ਨ ਮੂਵ ਹੋਈ ਹੈ, ਲੇਕਿਨ ਇਹ ਨਹੀਂ ਸੀ ਪਤਾ ਕਿ ਇਹਦੇ ਉੱਪਰ ਇੰਨੀ ਜਲਦੀ ਕਾਰਵਾਈ ਹੋਏਗੀ ਔਰ ਗੁਪਚੁਪ ਤਰੀਕੇ ਨਾਲ ਇਹਨੂੰ ਇੰਨੀ ਜਲਦੀ ਐਕਸੈਪਟ ਕਰ ਲਿਆ ਜਾਵੇਗਾ। ਇਹ ਅੱਜ ਬਿਲਕੁਲ ਇੱਕ ਖਬਰ ਸਾਨੂੰ ਮੀਡੀਆ ਮਾਰਫਤ ਹੀ ਪਤਾ ਲੱਗੀ ਕਿ ਉਹਨੂੰ 21 ਦਿਨਾਂ ਦੀ ਫਰਲੋ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ, ਔਰ ਇਹਦੇ ਉੱਪਰ ਬਿਲਕੁਲ ਅਸੀਂ ਆਪਣਾ ਵਿਰੋਧ ਜਤਾਵਾਂਗੇ। ਅਸੀਂ ਜਿਹੜਾ, ਮੈਂ ਇਹ ਗੱਲ ਵਾਰ-ਵਾਰ ਤੁਹਾਨੂੰ ਕਹਿ ਰਿਹਾ ਕਿ ਲੀਗਲੀ ਇੱਕ ਜਿਹੜਾ ਪਹਿਲੂ ਹੈ, ਸਾਨੂੰ ਇਹ ਪਤਾ ਲੱਗਿਆ ਕਿ ਜੇਲ੍ਹ ਅਥਾਰਟੀਜ਼ ਨੇ ਸਾਡੇ ਸੂਬੇ ਦੇ, ਹਰਿਆਣੇ ਦੇ ਐਡਵੋਕੇਟ ਜਨਰਲ ਤੋਂ ਓਪੀਨੀਅਨ ਮੰਗਿਆ ਕਿ ਗੁਰਮੀਤ ਰਾਮ ਰਹੀਮ ਹਾਰਡਕੋਰ ਕ੍ਰਿਮੀਨਲ ਦੀ ਸ਼੍ਰੇਣੀ ਵਿੱਚ ਤਾਂ ਨਹੀਂ ਆਉਂਦਾ ਕਿ ਅਸੀਂ ਉਹਨੂੰ ਫਰਲੋ ਦੇ ਸਕਦੇ ਹਾਂ, ਕਿਉਂਕਿ ਕਾਨੂੰਨੀ ਤੌਰ ਤੇ ਜਿਹੜਾ ਕੋਈ ਇੱਕ ਹਾਰਡਕੋਰ ਕ੍ਰਿਮੀਨਲ ਹੈ ਉਹਨੂੰ ਫਰਲੋ ਜੇਲ੍ਹ ਅਥਾਰਟੀ ਆਪਣੇ ਲੈਵਲ ਤੇ ਨਹੀਂ ਦੇ ਸਕਦੀ। ਤਾਂ ਸਾਡੇ ਐਡਵੋਕੇਟ ਜਨਰਲ ਸਾਹਿਬ ਨੇ ਜਿਹੜਾ ਓਪੀਨੀਅਨ ਦਿੱਤਾ, ਉਹਨਾਂ ਨੇ ਆਖਿਆ, ਸਾਡੇ ਕੋਲ ਜਿਹੜੀ ਸੂਚਨਾ ਹੈ, ਮੈਂ ਆਪਣੀ ਸੂਚਨਾ ਦੀ ਗੱਲ ਕਰ ਰਿਹਾ ਕਿ
ਸਾਡੇ ਕੋਲ ਸੂਚਨਾ ਆਈ ਕਿ ਐਡਵੋਕੇਟ ਜਨਰਲ ਸਾਹਿਬ ਆਪਣੀ ਓਪੀਨੀਅਨ ਦਿੰਦੇ ਨੇ ਕਿ ਗੁਰਮੀਤ ਰਾਮ ਰਹੀਮ ਕਿਉਂਕਿ 120 ਦੇ ਵਿੱਚ ਸਜ਼ਾ ਕੱਟ ਰਿਹਾ ਹੈ, ਠੀਕ ਹੈ, ਇਸ ਕਰਕੇ ਉਹ ਹਾਰਡਕੋਰ ਕ੍ਰਿਮੀਨਲ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਤਾਂ ਬੜੀ ਹੈਰਾਨੀ ਹੋਈ ਸਾਡੇ ਸੂਬੇ ਦੇ ਐਡਵੋਕੇਟ ਜਨਰਲ ਸਾਹਿਬ ਦੀ ਓਪੀਨੀਅਨ ਤੇ ਕਿ ਇਹ ਕਾਨੂੰਨ ਨੂੰ ਕਿਵੇਂ ਤੁਸੀਂ ਆਪਣੇ ਹਿਸਾਬ ਨਾਲ ਤੋੜ ਮਰੋੜ ਕੇ ਕਿਸੇ ਨੂੰ ਜਦੋਂ ਫਾਇਦਾ ਪਹੁੰਚਾਉਣਾ ਹੁੰਦਾ ਹੈ ਤਾਂ ਤੁਸੀਂ ਆਪਣੇ ਹਿਸਾਬ ਨਾਲ ਉਹਨੂੰ ਕਿਵੇਂ ਤੋੜ ਮਰੋੜ ਲੈਂਦੇ ਹੋ, ਕਾਨੂੰਨ ਨੂੰ, ਉਹਦੀ ਪਰਿਭਾਸ਼ਾ ਨੂੰ ਕਿਵੇਂ ਤੋੜ ਮਰੋੜ ਲੈਂਦੇ ਹੋ। ਤਾਂ ਕਿਸੇ ਹਾਰਡਕੋਰ ਕ੍ਰਿਮੀਨਲ ਦੀ ਪਰਿਭਾਸ਼ਾ ਕੀ ਹੈ, ਇਹ ਸਾਡੇ ਸੂਬੇ ਦੀ ਜਨਤਾ ਨੂੰ ਸਮਝਾਏ ਜਾਵੇ, ਕਿਉਂਕਿ ਗੁਰਮੀਤ ਰਾਮ ਰਹੀਮ 2 ਮਰਡਰ ਦੇ ਵਿੱਚ ਸਜ਼ਾ ਕੱਟ ਰਿਹਾ ਹੈ, 2 ਰੇਪ ਦੇ ਵਿੱਚ ਸਜ਼ਾ ਕੱਟ ਰਿਹਾ ਹੈ। ਜਿਹੜੇ ਬੰਦੇ ਨੇ 3 ਸੂਬਿਆਂ ਨੂੰ ਅੱਗ ਦੇ ਹਵਾਲੇ ਕਰਾਇਆ ਔਰ ਖੂਨੀ ਖੇਡ ਖੇਡਿਆ, ਅਗਰ ਉਹ ਬੰਦਾ ਹਾਰਡਕੋਰ ਕ੍ਰਿਮੀਨਲ ਨਹੀਂ ਹੈ ਤਾਂ ਫਿਰ ਹਾਰਡਕੋਰ ਕ੍ਰਿਮੀਨਲ ਦੀ ਪਰਿਭਾਸ਼ਾ ਕੀ ਹੈ, ਇਹ ਸਾਨੂੰ ਸਮਝਾ ਦਿੱਤੀ ਜਾਵੇ। ਮੈਂ ਸੂਬੇ ਦੇ ਐਡਵੋਕੇਟ ਜਨਰਲ ਸਾਹਿਬ ਨੂੰ ਤੇ ਸੂਬੇ ਦੀ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ। ਜੀ ਤੁਹਾਨੂੰ ਕੀ ਲੱਗਦਾ ਅੰਸ਼ੁਲ ਜੀ ਕਿ ਹਰਿਆਣੇ ਦੇ ਵਿੱਚ ਵੀ ਬੀਜੇਪੀ ਨੂੰ ਇਹਨਾਂ ਚੀਜ਼ਾਂ ਦਾ ਲਾਹਾ ਮਿਲੇਗਾ, ਫਰਲੋ ਦੇਣ ਦਾ ਜਾਂ ਪੈਰੋਲ ਦੇ ਲਈ ਚਾਰਾ ਜੁਈਆਂ ਕਰਨ ਦਾ? ਦੇਖੋ, ਮੈਂ ਤਾਂ ਲਗਾਤਾਰ ਇਹੀ ਕਹਿੰਦਾ ਰਿਹਾ ਕਿ ਇਹ ਸਾਰਾ ਸਿਆਸੀ ਖੇਡ ਹੈ, ਇਦੋਂ ਜ਼ਿਆਦਾ ਕੁਝ ਨਹੀਂ। ਲੋਕਾਂ ਦੇ ਉੱਪਰ ਇਹਦਾ ਕੋਈ ਬਹੁਤਾ ਜ਼ਿਆਦਾ ਅਸਰ ਨਹੀਂ ਹੁੰਦਾ। ਲੋਕਾਂ ਦੀ ਇੱਕ ਜਿਹੜੀ ਵਿਊ ਹੈ, ਓਪੀਨੀਅਨ ਹੈ, ਆਮ ਪਬਲਿਕ ਜਿਹੜੀ ਹੈ, ਇੱਕ ਵੋਟਰ ਜਿਹੜਾ ਹੈ, ਉਹਨੇ ਆਪਣੇ ਮਨ ਦੇ ਅੰਦਰ ਜੋ ਤੈਅ ਕਰ ਰੱਖਿਆ ਕਿ ਮੈਂ ਇਸ ਬੰਦੇ ਨੂੰ, ਮੈਂ ਇਸ ਪਾਰਟੀ ਦੇ ਨੁਮਾਇੰਦੇ ਨੂੰ ਵੋਟ ਕਰਨਾ ਹੈ, ਤਾਂ ਕਿਤੇ ਨਾ ਕਿਤੇ ਉਹਦਾ ਵਿਊ ਇਹਨਾਂ ਚੀਜ਼ਾਂ ਨਾਲ ਜ਼ਿਆਦਾ ਚੇਂਜ ਨਹੀਂ ਹੁੰਦਾ। ਭਾਵੇਂ ਡੇਰੇ ਵਾਲੇ ਜਿੰਨੀ ਮਰਜ਼ੀ ਇੱਕ ਮਤਲਬ ਕਿਤੇ ਨਾ ਕਿਤੇ ਮੈਂ ਇਹ ਕਹਾਂਗਾ ਕਿ ਇੱਕ ਨਾ ਡੇਰੇ ਵਾਲਿਆਂ ਨੇ ਇੱਕ ਪ੍ਰੋਪੇਗੈਂਡਾ ਰਚਾਇਆ ਹੋਇਆ ਹੈ ਕਿ ਸਾਡੀ ਇੱਕ ਪੋਲੀਟੀਕਲ ਵਿੰਗ ਹੈ ਜੀ, ਪੋਲੀਟੀਕਲ ਵਿੰਗ ਤੈਅ ਕਰਦੀ ਹੈ ਔਰ ਪੰਜਾਬ ਦੇ ਅੰਦਰ ਸਾਡੇ ਇੰਨੇ ਲੱਖ ਵੋਟਰ ਨੇ, ਉਹ ਪੋਲੀਟੀਕਲ ਵਿੰਗ ਦੇ ਮੈਸੇਜ ਤੇ ਸਾਡੇ ਲੱਖਾਂ ਜਿਹੜੇ ਵੋਟਰ ਨੇ, ਸਾਡੇ ਜਿਹੜੇ ਫਾਲੋਅਰ ਨੇ, ਉਹ ਵੋਟ ਪੋਲੀਟੀਕਲ ਵਿੰਗ ਦੇ ਹਿਸਾਬ ਨਾਲ ਹੀ ਆਪਣੀ ਵੋਟ ਪੋਲ ਕਰਦੇ ਨੇ। ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਬਿਲਕੁਲ ਗਲਤ ਹੈ। ਲੋਕ ਆਪਣੀ ਮਰਜ਼ੀ ਦੇ ਮਾਲਕ ਨੇ। ਇਹ ਸਿਰਫ ਔਰ ਸਿਰਫ ਹਊਆ ਹੈ ਜੋ ਕਿ ਡੇਰੇ ਸੱਚੇ ਸੌਦੇ ਨੇ ਆਪਣੇ ਫਾਇਦੇ ਲੈਣ ਲਈ ਪੋਲੀਟੀਕਲ ਪਾਰਟੀਆਂ ਦੇ ਸਾਹਮਣੇ ਇੱਕ ਹਊਆ ਪੈਦਾ ਕੀਤਾ। ਔਰ ਉਸੇ ਹਊਏ ਦੇ ਕਾਰਨ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਕਿਤੇ ਨਾ ਕਿਤੇ ਡੇਰੇ ਦੇ ਅੰਦਰ ਜਾ ਕੇ ਮੱਥੇ ਰਗੜਦੇ ਨੇ ਔਰ ਇੱਕ ਲਾਲਚ ਦੇ ਵਾਸਤੇ, ਵੋਟ ਬੈਂਕ ਦੇ ਲਾਲਚ ਵਾਸਤੇ ਉਹ ਉੱਥੇ ਚਲੇ ਜਾਂਦੇ ਨੇ। ਇਹ ਤੋਂ ਜ਼ਿਆਦਾ ਕੁਝ ਨਹੀਂ। ਹਾਲਾਂਕਿ ਆਮ ਪਬਲਿਕ, ਆਮ ਵੋਟਰ ਦੇ ਉੱਤੇ ਇਹਨਾਂ ਚੀਜ਼ਾਂ ਦਾ ਜ਼ਿਆਦਾ ਅਸਰ ਨਹੀਂ ਹੁੰਦਾ। ਜੀ ਅੰਸ਼ੁਲ ਜੀ, ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਜੀ ਥੈਂਕ ਯੂ। ਇਹ ਸਨ ਆਪਣੇ ਨਾਲ ਅੰਸ਼ੁਲ ਛਤਰਪਤੀ ਜੀ, ਜਿਹੜੇ ਕਿ ਪੁੱਤਰ ਨੇ ਸ਼ਹੀਦ ਸਰ ਰਾਮਚੰਦਰ ਛਤਰਪਤੀ ਜੀ ਦੇ, ਜਿਨ੍ਹਾਂ ਨੂੰ 2002 ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸੇ ਮਾਮਲੇ ਦੇ ਵਿੱਚ ਡੇਰਾ ਸਿਰਸਾ ਮੁਖੀ ਇਸ ਵੇਲੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਬਕਾਇਦਾ ਅਦਾਲਤ ਨੇ ਉਹਨਾਂ ਨੂੰ ਇਸ ਡੇਰਾ ਸਿਰਸਾ ਮੁਖੀ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਅੰਸ਼ੁਲ ਛਤਰਪਤੀ ਨੇ ਜਿੱਥੇ ਪੋਲੀਟੀਕਲ ਸਿਸਟਮ ਤੇ ਸਵਾਲ ਖੜੇ ਕੀਤੇ ਨੇ ਤਾਂ ਨਾਲੋਂ ਨਾਲ ਉਹਨਾਂ ਨੇ ਹਰਿਆਣਾ ਗਵਰਨਮੈਂਟ ਦੇ ਐਡਵੋਕੇਟ ਜਨਰਲ ਦਾ ਜੋ ਓਪੀਨੀਅਨ ਦਿੱਤਾ ਗਿਆ ਇਸ ਫਰਲੋ ਦੇ ਮਾਮਲੇ ਦੇ ਵਿੱਚ, ਉਸ ਬਾਬਤ ਵੀ ਆਪਣਾ ਕਮੈਂਟ ਦਿੱਤਾ ਔਰ ਨਾਲ ਹੀ ਇਹ ਸਿਸਟਮ ਨੂੰ ਐਕਸਪੋਜ਼ ਕਰਨ ਦੇ ਲਈ ਇੱਕ ਲਾਸਟ ਤੇ ਟਿੱਪਣੀ ਵੀ ਕੀਤੀ ਹੋਈ ਕਿ ਡੇਰੇ ਦੇ ਜਿਹੜੇ ਸਿਆਸੀ ਵਿੰਗ ਨੇ ਆਪਣੀਆਂ ਗਿਣਤੀਆਂ ਦਿਖਾ ਕੇ, ਹਊਆ ਦਿਖਾ ਕੇ ਵੱਡੀਆਂ ਚੀਜ਼ਾਂ ਨੂੰ ਖੜੀਆਂ ਕਰ ਦਿੰਦੇ ਨੇ, ਜਿਹੜੀਆਂ ਕਿ ਅਸਲ ਦੇ ਵਿੱਚ ਗਰਾਊਂਡ ਤੇ ਖੜੀਆਂ ਨਹੀਂ ਹੁੰਦੀਆਂ। ਪਰ ਉਹਨਾਂ ਨੇ ਸਿਆਸਤ ਤੇ ਸਵਾਲ ਚੁੱਕੇ ਨੇ, ਉਹਨਾਂ ਨੇ ਹਵਾਲੇ ਦਿੱਤੇ ਨੇ ਕਿ ਕਿਹੜੇ ਸਿਆਸਤਦਾਨ ਕਦੋਂ ਸਰਾਪੁਰੇ ਡੇਰੇ ਜਾ ਕੇ ਬਕਾਇਦਾ ਉੱਥੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਰਹੇ ਨੇ। ਸੋ ਇਹ ਚੀਜ਼ਾਂ ਨੂੰ ਹਰ ਕੋਈ ਪੋਲੀਟੀਕਲ ਸਿਸਟਮ, ਪੋਲੀਟੀਕਲ ਮਾਹੌਲ ਜਾਂ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸੇ ਮਸਲੇ ਤੇ ਹੀ ਪ੍ਰੋਗਰਾਮ ਕਰਾਂਗੇ ਆਪਾਂ 3:30 ਵਜੇ। ਤੁਸੀਂ ਲਾਈਵ ਵੀ ਜੁੜ ਸਕਦੇ ਹੋ ਸਾਡੇ ਨਾਲ। ਮਿੰਟੂ ਜੀ ਤੋਂ ਇਸ ਮਸਲੇ ਤੇ ਰਾਏ ਪੁੱਛਾਂਗੇ ਕਿ ਉਹ ਕੀ ਰਾਏ ਰੱਖਦੇ ਨੇ। ਸੋ ਬਣੇ ਰਹੋ ਆਈਵਲ ਟੀਵੀ ਦੇ ਨਾਲ। ਜਲਦ ਹਾਜ਼ਰ ਹੋਵਾਂਗੇ ਅਗਲੀ ਪੇਸ਼ਕਸ਼ ਦੇ ਵਿੱਚ।